ਅੱਜ ਤੋਂ 5 ਮਹੀਨੇ ਪਹਿਲਾਂ ਲੋਕ ਸਭਾ ਵਿੱਚ ਸਮਿਤੀ ਰਾਣੀ ਨੇ ਇੱਕ ਪ੍ਰਸਤਾਵ ਪੇਸ਼ ਕੀਤਾ ਕਿ ਕੁੜੀਆਂ ਦੇ ਵਿਆਹ ਦੀ ਉਮਰ ਨੂੰ 18 ਸਾਲ ਤੋਂ ਵਧਾ ਕੇ 21 ਸਾਲ ਕਰ ਦਿੱਤੀ ਜਾਵੇ। ਇਸ ਪ੍ਰਸਤਾਵ ਦਾ ਬਹੁਤ ਸਾਰੇ ਲੋਕਾਂ ਨੇ ਖੁੱਲੇ ਦਿਲ ਨਾਲ ਸਵਾਗਤ ਕੀਤਾ, ਖਾਸ ਕਰ ਔਰਤਾਂ ਨੇ, ਪਰ ਕੁਝ ਲੋਕਾਂ ਨੇ ਇਸ ਦਾ ਵਿਰੋਧ ਕੀਤਾ। ਇਹ ਪ੍ਰਸਤਾਵ ਕਿਉਂ ਸਹੀ ਹੋ ਸਕਦਾ ਹੈ ਅਤੇ ਇਸ ਦੇ ਕੀ ਲਾਭ ਹਨ? ਚਾਈਲਡ ਮੈਰਿਜ ਦੇ ਕੀ ਨੁਕਸਾਨ ਹੋ ਸਕਦੇ ਨੇ, ਜਾਣਨ ਦੀ ਕੋਸ਼ਿਸ਼ ਕਰਾਂਗੇ ਇਸ ਵੀਡੀਓ ਦੇ ਵਿੱਚ। क्या बात है? हाँ, तुम अभी तक तैयार क्यों नहीं हुई हो? बाबूजी के पास फोन तैयारी शादी की हो रही है या बर्बादी की? मेहमान आ चुके हैं और तुमने अभी तक तैयार ही नहीं हुई हो। बिल्कुल पहनो ये चूड़ियां। बाल विवाह एक कानूनन जुर्म है। ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਉਮੀਦ ਹੈ ਤੁਸੀਂ ਬਿਲਕੁਲ ਠੀਕ ਹੋ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਝ ਟਾਈਮ ਪਹਿਲਾਂ ਇਹ ਪਬਲਿਕਲੀ ਅਨਾਉਂਸ ਕੀਤਾ ਸੀ ਕਿ ਕੁੜੀਆਂ ਦੇ ਵਿਆਹ ਦੀ ਉਮਰ ਨੂੰ ਵਧਾਇਆ ਜਾਵੇਗਾ, ਜਿਸ ਨਾਲ ਕੁੜੀਆਂ ਨੂੰ ਜ਼ਿੰਦਗੀ ਵਿੱਚ ਕੁਝ ਬਣਨ ਲਈ ਮਦਦ ਮਿਲੇਗੀ। ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਲੜਕੀ ਦੇ ਵਿਆਹ ਦੀ ਉਮਰ 18 ਸਾਲ ਹੈ ਅਤੇ ਲੜਕੇ ਦੀ 21 ਸਾਲ, ਜੋ ਭਾਰਤੀ ਕਾਨੂੰਨ ਦੇ ਹਿਸਾਬ ਨਾਲ ਬਿਲਕੁਲ ਸਹੀ ਹੈ। ਵਿਆਹ ਲਈ ਲੜਕੀ ਅਤੇ ਲੜਕੇ ਦੀ ਉਮਰ ਵਿੱਚ 3 ਸਾਲਾਂ ਦਾ ਫਰਕ ਹੈ, ਪਰ ਏਜ ਆਫ ਮੈਜੋਰਿਟੀ ਸੇਮ ਹੈ, ਯਾਨੀ ਕਿ 18 ਸਾਲ। ਏਜ ਆਫ ਮੈਜੋਰਿਟੀ ਮਤਲਬ 18 ਸਾਲ ਤੋਂ ਚਾਹੇ ਉਹ ਮੁੰਡਾ ਹੈ ਜਾਂ ਕੁੜੀ ਹੈ, ਆਪਣੇ ਫੈਸਲੇ ਆਪ ਲੈ ਸਕਦਾ ਹੈ। ਸੈਂਟਰਲ ਗਵਰਨਮੈਂਟ ਨੇ ਜੂਨ 2020 ਦੇ ਵਿੱਚ ਇੱਕ ਹਾਈ ਲੈਵਲ ਕਮਿਊਨਿਟੀ ਬਣਾਈ, ਮਿਨਿਸਟਰੀ ਆਫ ਵਿਮਨ ਐਂਡ ਚਾਈਲਡ ਡਿਵੈਲਪਮੈਂਟ ਦੇ ਅਧੀਨ। ਇਸ ਕਮਿਊਨਿਟੀ ਦੇ ਚੇਅਰਮੈਨ ਨੇ ਜਿਆ ਜੇਟਲੀ ਤੇ ਇਸ ਦੇ 4 ਮੁੱਖ ਕੰਮ ਨੇ। ਨੰਬਰ 1 ਏਜ ਆਫ ਮਦਰਹੁੱਡ, ਯਾਨੀ ਮਾਂ ਬਣਨ ਦੀ ਉਮਰ। ਨੰਬਰ 2 ਮੈਟਰਨਲ ਮੋਰਟੈਲਿਟੀ ਰੇਟ। MMR ਦਾ ਮਤਲਬ ਹੁੰਦਾ ਹੈ ਕਿ 1 ਲੱਖ ਔਰਤਾਂ ਵਿੱਚ ਪ੍ਰੈਗਨੈਂਸੀ ਦੇ ਦੌਰਾਨ ਕਿੰਨੀਆਂ ਔਰਤਾਂ ਦੀ ਮੌਤ ਹੋ ਜਾਂਦੀ ਹੈ, ਜੋ 2020-21 ਦੀ ਰਿਪੋਰਟ ਦੇ ਹਿਸਾਬ ਨਾਲ 110 ਦੇ ਕਰੀਬ ਹੈ। ਨੰਬਰ 3 ਹੈਲਥ ਆਫ ਵਿਮਨ ਐਂਡ ਚਾਈਲਡ, ਯਾਨੀ ਜੇ ਲੜਕੀ ਦਾ ਘੱਟ ਉਮਰ ਵਿੱਚ ਵਿਆਹ ਹੋ ਜਾਵੇ ਤਾਂ ਜਦੋਂ ਉਹ ਮਾਂ ਬਣੇਗੀ ਤਾਂ ਉਸ ਦੀ ਹੈਲਥ ਅਤੇ ਉਸ ਦੇ ਬੱਚੇ ਦੀ ਹੈਲਥ ਤੇ ਕੀ ਅਸਰ ਹੋਵੇਗਾ। ਨੰਬਰ 4 ਪੁਆਇੰਟ ਵਿੱਚ ਲੜਕੀ ਦੇ ਵਿਆਹ ਦੀ ਉਮਰ 18 ਤੋਂ 21 ਸਾਲ ਕੀਤੀ ਜਾਵੇ। ਇਸ ਕਮਿਊਨਿਟੀ ਨੇ ਕਈ ਯੂਨੀਵਰਸਿਟੀ ਅਤੇ NGO ਵਿੱਚ ਜਾ ਕੇ ਰਿਸਰਚ ਕੀਤੀ ਤੇ ਇੱਕ ਨਤੀਜਾ ਕੱਢਿਆ ਕਿ ਕੁੜੀਆਂ ਦੇ ਵਿਆਹ ਦੀ ਉਮਰ ਨੂੰ 18 ਤੋਂ 21 ਸਾਲ ਕਰ ਦਿੱਤਾ ਜਾਵੇ। ਤੁਸੀਂ ਇਹਨਾਂ ਪੁਆਇੰਟਸ ਨੂੰ ਜੇ ਗੌਰ ਨਾਲ ਦੇਖੋ ਤਾਂ ਇਹਨਾਂ ਵਿੱਚ ਇੱਕ ਹੀ ਚੀਜ਼ ਨਜ਼ਰ ਆਉਂਦੀ ਹੈ, ਚਾਈਲਡ ਮੈਰਿਜ। ਜਦੋਂ ਇੱਕ ਲੜਕੀ ਦਾ ਵਿਆਹ ਘੱਟ ਉਮਰ ਵਿੱਚ ਕਰ ਦਿੱਤਾ ਜਾਂਦਾ ਹੈ ਤਾਂ ਇਹ ਮੁਸੀਬਤਾਂ ਉਸ ਦੀ ਜ਼ਿੰਦਗੀ ਵਿੱਚ ਆ ਜਾਂਦੀਆਂ ਨੇ। ਕਈ ਲੋਕਾਂ ਦਾ ਕਹਿਣਾ ਹੈ ਕਿ ਜਦੋਂ 18 ਸਾਲ ਦੀ ਕੁੜੀ ਆਪਣਾ ਨੇਤਾ ਚੁਣ ਸਕਦੀ ਹੈ, ਆਪਣਾ ਬਿਜ਼ਨਸ ਕਰ ਸਕਦੀ ਹੈ, ਕਿਸੇ ਸਮੂਹ ਦੀ ਆਗੂ ਹੋ ਸਕਦੀ ਹੈ, ਫਿਰ ਕਿਉਂ ਉਹ ਆਪਣੀ ਮਰਜ਼ੀ ਤੋਂ ਵਿਆਹ ਨਹੀਂ ਕਰ ਸਕਦੀ? ਜੇ ਅਸੀਂ ਗਲੋਬਲੀ ਵਿਆਹ ਦੀ ਉਮਰ ਨੂੰ ਦੇਖੀਏ ਤਾਂ 180 ਦੇਸ਼ਾਂ ਵਿੱਚ ਮੁੰਡੇ ਦੇ ਵਿਆਹ ਦੀ ਉਮਰ 18 ਸਾਲ ਹੈ ਤੇ 158 ਦੇਸ਼ਾਂ ਵਿੱਚ ਕੁੜੀਆਂ ਨੂੰ 18 ਸਾਲ ਦੀ ਉਮਰ ਵਿੱਚ ਵਿਆਹ ਕਰਾਉਣ ਦੀ ਆਜ਼ਾਦੀ ਹੈ। ਕੁੜੀਆਂ ਦੇ ਵਿਆਹ ਦੀ ਉਮਰ ਨੂੰ ਲੈ ਕੇ ਕਈ ਸੌ ਸਾਲਾਂ ਤੋਂ ਵਿਵਾਦ ਚੱਲ ਰਿਹਾ ਹੈ। ਇਹ ਗੱਲ ਹੈ 1960 ਦੀ, ਜਦੋਂ ਬ੍ਰਿਟਿਸ਼ ਸਰਕਾਰ ਦਾ ਕਾਨੂੰਨ ਭਾਰਤ ਤੇ ਚੱਲਦਾ ਹੁੰਦਾ ਸੀ। ਅੰਗਰੇਜ਼ੀ ਸਰਕਾਰ ਨੇ IPC ਯਾਨੀ ਇੰਡੀਅਨ ਪੈਨਲ ਕੋਡ ਵਿੱਚ ਲਿਖਿਆ ਸੀ ਕਿ 10 ਸਾਲ ਤੋਂ ਘੱਟ ਉਮਰ ਦੀ ਲੜਕੀ ਨਾਲ ਸਰੀਰਕ ਸੰਬੰਧ ਬਣਾਉਣਾ ਇੱਕ ਅਪਰਾਧ ਹੈ। 1891 ਵਿੱਚ ਇੱਕ ਹੋਰ ਐਕਟ ਪੇਸ਼ ਕੀਤਾ ਗਿਆ ਸੀ, ਜਿਸ ਵਿੱਚ ਕੁੜੀਆਂ ਨਾਲ ਸਰੀਰਕ ਸੰਬੰਧ ਬਣਾਉਣ ਦੀ ਉਮਰ ਨੂੰ 10 ਸਾਲ ਤੋਂ ਵਧਾ ਕੇ 12 ਸਾਲ ਕਰ ਦਿੱਤਾ ਗਿਆ ਸੀ, ਜੋ ਮੈਰਿਡ ਅਤੇ ਅਨਮੈਰਿਡ ਦੋਨਾਂ ਲਈ ਸੀ। ਫਿਰ 1927 ਦੇ ਸਮੇਂ ਵਿੱਚ ਇੱਕ ਹੋਰ ਫੈਸਲਾ ਲਿਆ ਗਿਆ ਸੀ ਕਿ ਜਿਸ ਕੁੜੀ ਦੀ ਉਮਰ 12 ਸਾਲ ਤੋਂ ਘੱਟ ਹੈ ਉਸ ਦਾ ਵਿਆਹ ਇਨਵੈਲਿਡ ਹੈ। 1917 ਵਿੱਚ ਕੁਝ ਔਰਤਾਂ ਨੇ ਮਿਲ ਕੇ ਵਿਮਨ ਇੰਡੀਅਨ ਐਸੋਸੀਏਸ਼ਨ ਦੀ ਸਥਾਪਨਾ ਕੀਤੀ, ਜਿਸ ਦਾ ਕੰਮ ਸੀ ਜੋ ਮੁਸ਼ਕਲਾਂ ਔਰਤਾਂ ਨੂੰ ਆ ਰਹੀਆਂ ਨੇ ਉਹਨਾਂ ਦਾ ਸਮਾਧਾਨ ਕਰਨਾ ਤੇ ਸਰਕਾਰ ਦੇ ਸਾਹਮਣੇ ਉਹਨਾਂ ਮੁਸ਼ਕਲਾਂ ਨੂੰ ਰੱਖਣਾ। ਜਦੋਂ ਇਸ ਐਸੋਸੀਏਸ਼ਨ ਨੇ ਔਰਤਾਂ ਦੇ ਇਸ ਮੁੱਦੇ ਨੂੰ ਸਰਕਾਰ ਅੱਗੇ ਰੱਖਿਆ ਤਾਂ ਸਰਕਾਰ ਨੇ ਸਾਫ਼ ਮਨਾ ਕਰ ਦਿੱਤਾ, ਕਿਉਂਕਿ ਸਰਕਾਰ ਨੂੰ ਆਪਣਾ ਕੋਈ ਫਾਇਦਾ ਨਹੀਂ ਦਿਖ ਰਿਹਾ ਸੀ ਇਹਨਾਂ ਪ੍ਰੋਬਲਮਸ ਨੂੰ ਹੱਲ ਕਰਨ ਤੇ। ਯਾਦ ਰੱਖਿਓ, ਇਹ ਬ੍ਰਿਟਿਸ਼ ਸਰਕਾਰ ਦੀ ਗੱਲ ਹੋ ਰਹੀ ਹੈ। ਬ੍ਰਿਟਿਸ਼ ਸਰਕਾਰ ਤੋਂ ਕੋਈ ਸਹਾਇਤਾ ਨਾ ਮਿਲਣ ਤੇ ਇਸ ਐਸੋਸੀਏਸ਼ਨ ਨੇ ਇੰਡੀਅਨ ਫਰੀडम ਫਾਈਟਰ ਤੋਂ ਉਮੀਦ ਕੀਤੀ ਕਿ ਉਹ ਔਰਤਾਂ ਦੇ ਇਸ ਪ੍ਰੋਬਲਮ ਨੂੰ ਸਮਝਣਗੇ, ਜਿਸ ਦੇ ਚੱਲਦੇ 1929 ਨੂੰ ਹਰਬਿਲਾਸ ਸ਼ਾਰਦਾ ਨੇ ਇੱਕ ਬਿੱਲ ਪੇਸ਼ ਕੀਤਾ, ਚਾਈਲਡ ਮੈਰਿਜ ਰਿਸਟ੍ਰੇਨ। ਇਸ ਬਿੱਲ ਦੇ ਪੱਖ ਵਿੱਚ ਬਹੁਤ ਸਾਰੀਆਂ ਔਰਤਾਂ ਨੇ ਰੈਲੀਆਂ ਕੱਢੀਆਂ, ਜਿਸ ਦੇ ਰਿਜ਼ਲਟ ਵਿੱਚ ਬ੍ਰਿਟਿਸ਼ ਸਰਕਾਰ ਨੇ ਪ੍ਰੈਸ਼ਰ ਵਿੱਚ ਆ ਕੇ ਇਸ ਬਿੱਲ ਨੂੰ ਲਾਗੂ ਕਰ ਦਿੱਤਾ। ਇਸ ਬਿੱਲ ਵਿੱਚ ਲੜਕੀਆਂ ਦੀ ਮੈਰਿਜ ਏਜ ਰੱਖੀ ਗਈ 14 ਸਾਲ ਤੇ ਲੜਕਿਆਂ ਦੀ ਰੱਖੀ ਗਈ 18 ਸਾਲ। 1917 ਵਿੱਚ ਬ੍ਰਿਟਿਸ਼ ਸਰਕਾਰ ਸੀ ਤੇ ਇਸ ਬਿੱਲ ਦੇ ਚੱਲਦੇ ਸਰਕਾਰ ਨੂੰ ਕੋਈ ਨਿੱਜੀ ਲਾਭ ਨਹੀਂ ਹੋ ਰਿਹਾ ਸੀ, ਜਿਸ ਦੇ ਕਾਰਨ ਸਰਕਾਰ ਨੇ ਕੋਈ ਖਾਸ ਧਿਆਨ ਨਹੀਂ ਦਿੱਤਾ ਤੇ ਸਮਾਜ ਵਿੱਚ ਇਸ ਦਾ ਕੋਈ ਵੀ ਫਰਕ ਦੇਖਣ ਨੂੰ ਨਹੀਂ ਮਿਲਿਆ। ਆਜ਼ਾਦੀ ਤੋਂ ਬਾਅਦ 1949 ਵਿੱਚ ਫਿਰ ਇਸ ਐਕਟ ਵਿੱਚ ਬਦਲਾਵ ਹੋਇਆ, ਜਿਸ ਵਿੱਚ ਕੁੜੀਆਂ ਲਈ ਵਿਆਹ ਦੀ ਉਮਰ 14 ਸਾਲ ਤੋਂ 15 ਸਾਲ ਕਰ ਦਿੱਤੀ ਗਈ। 1978 ਵਿੱਚ ਫਿਰ ਇੱਕ ਵੱਡਾ ਬਦਲਾਵ ਦੇਖਣ ਨੂੰ ਮਿਲਿਆ, ਜਦੋਂ ਕੁੜੀਆਂ ਦੇ ਵਿਆਹ ਦੀ ਉਮਰ ਨੂੰ 15 ਸਾਲ ਤੋਂ ਵਧਾ ਕੇ 18 ਸਾਲ ਕਰ ਦਿੱਤੀ ਗਈ ਅਤੇ ਮੁੰਡਿਆਂ ਦੇ ਵਿਆਹ ਦੀ ਉਮਰ ਨੂੰ 18 ਸਾਲ ਤੋਂ ਵਧਾ ਕੇ 21 ਸਾਲ ਕਰ ਦਿੱਤੀ ਗਈ।
ਇਸ ਐਕਟ ਦੇ ਹੁੰਦੇ ਹੋਇਆਂ ਵੀ ਗਰਾਊਂਡ ਲੈਵਲ ਤੇ ਕੋਈ ਖਾਸ ਫਰਕ ਦੇਖਣ ਨੂੰ ਨਹੀਂ ਮਿਲ ਰਿਹਾ ਸੀ, ਕਿਉਂਕਿ ਜੇ ਕੋਈ ਇਸ ਐਕਟ ਦੇ ਖਿਲਾਫ ਜਾਂਦਾ ਵੀ ਸੀ ਤਾਂ ਉਸ ਦੀ ਸਜ਼ਾ ਬੜੀ ਹੀ ਸਿੰਪਲ ਸੀ, ਜਿਸ ਦੇ ਵਿੱਚ 15 ਦਿਨਾਂ ਦੀ ਸਜ਼ਾ ਸੀ ਤੇ 1000 ਰੁਪਏ ਦਾ ਜੁਰਮਾਨਾ। ਹੁਣ ਤੁਸੀਂ ਸੋਚ ਹੀ ਸਕਦੇ ਹੋ ਕਿ ਇਸ ਸਜ਼ਾ ਤੋਂ ਕੋਈ ਕਿੰਨਾ ਹੀ ਡਰੇਗਾ। ਇਸ ਐਕਟ ਵਿੱਚ ਇੱਕ ਹੋਰ ਬਦਲਾਵ ਕੀਤਾ ਗਿਆ ਕਿ ਅਥਾਰਟੀ ਨੂੰ ਪਾਵਰ ਦੇ ਦਿੱਤੀ ਗਈ ਕਿ ਉਹ ਆਪਣੇ ਆਪ ਜਾ ਕੇ ਹੋ ਰਹੇ ਵਿਆਹ ਨੂੰ ਚੈੱਕ ਕਰ ਸਕਦੇ ਸਨ ਕਿ ਲੜਕੀ ਅਤੇ ਲੜਕੇ ਦੀ ਉਮਰ ਕਿੰਨੀ ਹੈ। ਇਸ ਐਕਟ ਤੋਂ ਪਹਿਲਾਂ ਜੇ ਕੋਈ ਵਿਅਕਤੀ ਸ਼ਿਕਾਇਤ ਕਰਦਾ ਸੀ ਤਾਂ ਹੀ ਅਧਿਕਾਰੀ ਉਸ ਉੱਪਰ ਐਕਸ਼ਨ ਲੈਂਦੇ ਸਨ। ਇੰਨਾ ਸਭ ਕੁਝ ਹੋਣ ਦੇ ਬਾਵਜੂਦ ਵੀ ਗਰਾਊਂਡ ਲੈਵਲ ਤੇ ਕੋਈ ਫਰਕ ਦੇਖਣ ਨੂੰ ਨਹੀਂ ਮਿਲਿਆ। ਕਿਉਂਕਿ ਇਸ ਐਕਟ ਦੇ ਆਉਣ ਤੋਂ ਪਹਿਲਾਂ ਕਿਸੇ ਵਿਅਕਤੀ ਨੇ ਕੀ ਲੈਣਾ ਸੀ ਕਿਸੇ ਦੀ ਧੀ ਭੈਣ ਤੋਂ। ਸ਼ਿਕਾਇਤ ਕਰਕੇ ਵੀ ਕੋਈ ਵਿਅਕਤੀ ਕਿਸੇ ਨਾਲ ਕਿਉਂ ਦੁਸ਼ਮਣੀ ਮੁੱਲ ਲਵੇਗਾ। ਜੇ ਗੱਲ ਕਰੀਏ ਇਸ ਐਕਟ ਤੋਂ ਬਾਅਦ ਅਧਿਕਾਰੀਆਂ ਦੀ ਤਾਂ ਉਹਨਾਂ ਲਈ ਜੋ ਹੋ ਰਿਹਾ ਹੈ ਉਹ ਠੀਕ ਹੀ ਹੈ, ਕਿਉਂਕਿ ਉਹਨਾਂ ਦੀ ਤਾਂ ਹਰ ਮਹੀਨੇ ਦੀ ਸੈਲਰੀ ਆ ਹੀ ਜਾਣੀ ਹੈ। 2006 ਦੇ ਵਿੱਚ ਸਾਨੂੰ ਇੱਕ ਵੱਡਾ ਬਦਲਾਵ ਦੇਖਣ ਨੂੰ ਮਿਲਿਆ ਪ੍ਰੋਹਿਬਿਸ਼ਨ ਆਫ ਚਾਈਲਡ ਮੈਰਿਜ ਐਕਟ ਦੇ ਰੂਪ ਵਿੱਚ। ਇਸ ਐਕਟ ਦੇ ਦੌਰਾਨ ਮੁੰਡੇ ਅਤੇ ਕੁੜੀ ਦੀ ਉਮਰ 18 ਅਤੇ 21 ਸਾਲ ਤੋਂ ਘੱਟ ਹੋਣ ਤੇ 2 ਸਾਲਾਂ ਦੀ ਸਜ਼ਾ ਅਤੇ 1 ਲੱਖ ਰੁਪਏ ਦਾ ਜੁਰਮਾਨਾ ਤੈਅ ਕੀਤਾ ਗਿਆ। ਇਸ ਕਾਨੂੰਨ ਵਿੱਚ ਇੱਕ ਵੱਡੀ ਕਮੀ ਸੀ ਕਿ ਵਿਆਹ ਨੂੰ ਵਾਈਡੇਬਲ ਬਣਾਇਆ ਜਾ ਸਕਦਾ ਹੈ, ਉਹ ਆਪਣੇ ਆਪ ਰੱਦ ਨਹੀਂ ਹੁੰਦਾ। ਯਾਨੀ ਕਿ ਮੁੰਡਾ ਅਤੇ ਕੁੜੀ ਆਪਣੇ ਵਿਆਹ ਦੇ 2 ਸਾਲਾਂ ਤੱਕ ਵਿਆਹ ਨੂੰ ਰੱਦ ਕਰ ਸਕਦੇ ਨੇ, ਪਰ ਵਿਆਹ ਆਪਣੇ ਆਪ ਰੱਦ ਨਹੀਂ ਹੋਵੇਗਾ। ਹੁਣ ਤੁਸੀਂ ਸੋਚ ਹੀ ਸਕਦੇ ਹੋ ਕਿ ਜਦੋਂ ਕਾਨੂੰਨ ਵਿੱਚ ਹੀ ਕਮੀਆਂ ਨੇ ਤਾਂ ਸਮਾਜ ਵਿੱਚ ਕਿੱਥੋਂ ਇਹ ਚੀਜ਼ਾਂ ਸਹੀ ਢੰਗ ਨਾਲ ਲਾਗੂ ਹੋਣਗੀਆਂ। ਇਸੀ ਦੇ ਚੱਲਦੇ ਅੱਜ ਦੇ ਦਿਨ ਤੱਕ ਵੀ 23% ਬਾਲ ਵਿਵਾਹ ਹੀ ਹੁੰਦੇ ਨੇ। ਹੁਣ ਤੱਕ ਅਸੀਂ ਜਿੰਨੇ ਵੀ ਐਕਟ ਨੂੰ ਦੇਖਿਆ ਹੈ ਉਹਨਾਂ ਵਿੱਚ ਕੁੜੀਆਂ ਦੀ ਉਮਰ ਛੋਟੀ ਤੇ ਮੁੰਡਿਆਂ ਦੀ ਵੱਡੀ ਹੈ। ਕੀ ਇਸ ਵਿੱਚ ਕੋਈ ਰੀਜ਼ਨ ਹੈ? ਤੁਹਾਨੂੰ ਇਹ ਜਾਣ ਕੇ ਬੜੀ ਹੈਰਾਨੀ ਹੋਵੇਗੀ ਕਿ ਇਸ ਵਿੱਚ ਕੋਈ ਰੀਜ਼ਨ ਨਹੀਂ ਹੈ। ਬਸ ਇਸ ਨੂੰ ਆਪਣੇ ਹਿਸਾਬ ਨਾਲ ਹੀ ਕੁੜੀਆਂ ਦੀ ਉਮਰ 18 ਅਤੇ ਮੁੰਡਿਆਂ ਦੀ 21 ਸੈੱਟ ਕਰ ਦਿੱਤੀ ਗਈ ਹੈ। ਲੜਕੀ ਦੀ ਛੋਟੀ ਉਮਰ ਵਿੱਚ ਵਿਆਹ ਕਰਨ ਦੇ ਕੀ ਨੁਕਸਾਨ ਹੋ ਸਕਦੇ ਨੇ, ਆਈਏ ਇੱਕ ਨਜ਼ਰ ਮਾਰਦੇ ਹਾਂ। ਸਭ ਤੋਂ ਪਹਿਲਾ ਨੁਕਸਾਨ ਹੁੰਦਾ ਹੈ ਕਿ ਅਨਵਾਂਟਡ ਪ੍ਰੈਗਨੈਂਸੀ, ਜਿਸ ਦੇ ਕਾਰਨ ਰਿਸਕ ਵੱਧ ਜਾਂਦਾ ਹੈ ਤੇ ਮਾਂ ਅਤੇ ਬੱਚੇ ਦੋਨਾਂ ਦੀ ਜ਼ਿੰਦਗੀ ਖਤਰੇ ਵਿੱਚ ਆ ਜਾਂਦੀ ਹੈ। ਦੂਜਾ ਜੋ ਇਸ ਦਾ ਵੱਡਾ ਨੁਕਸਾਨ ਹੈ, ਸਰੀਰਕ ਸੰਬੰਧ ਬਣਾਉਣ ਸਮੇਂ ਆਉਣ ਵਾਲੀਆਂ ਦਿੱਕਤਾਂ ਅਤੇ ਸਰੀਰਕ ਨੁਕਸਾਨ ਜੋ ਕੁੜੀ ਨੂੰ ਉਮਰ ਭਰ ਅਤੇ ਡਿਲੀਵਰੀ ਦੇ ਸਮੇਂ ਚੱਲਣੇ ਪੈਂਦੇ ਨੇ। ਤੀਜਾ ਨੁਕਸਾਨ ਡਿਲੀਵਰੀ ਦੇ ਸਮੇਂ ਹੋਣ ਵਾਲੀਆਂ ਡੈਥ ਨੇ, ਜੋ 15 ਤੋਂ 19 ਸਾਲ ਦੀਆਂ ਕੁੜੀਆਂ ਵਿੱਚ ਜ਼ਿਆਦਾ ਦੇਖਣ ਨੂੰ ਮਿਲਦੀਆਂ ਨੇ। ਚੌਥਾ ਨੁਕਸਾਨ ਹੈ ਕਿ ਛੋਟੀ ਉਮਰ ਵਿੱਚ ਵਿਆਹ ਹੋਣ ਦੇ ਕਾਰਨ ਕੁੜੀਆਂ ਦੀ ਪੜ੍ਹਾਈ ਵਿੱਚ ਹੀ ਰੁੱਝ ਜਾਂਦੀ ਹੈ। ਹੁਣ ਜੇ ਗੱਲ ਕਰੀਏ ਬੈਨੀਫਿਟਸ ਦੀ, ਤਾਂ ਜਦੋਂ ਕੁੜੀਆਂ ਦੇ ਵਿਆਹ ਦੀ ਉਮਰ 18 ਤੋਂ 21 ਸਾਲ ਕਰ ਦਿੱਤੀ ਜਾਵੇਗੀ ਤਾਂ ਜਿੰਨੇ ਵੀ ਪੁਆਇੰਟਸ ਅਸੀਂ ਉੱਪਰ ਡਿਸਕਸ ਕੀਤੇ ਨੇ ਉਹ ਸਾਰੇ ਕੁੜੀਆਂ ਨੂੰ ਪਤਾ ਹੋਣਗੇ। ਉਹਨਾਂ ਦੇ ਐਜੂਕੇਸ਼ਨ ਵਿੱਚ ਸੁਧਾਰ ਹੋਵੇਗਾ ਤੇ ਉਹਨਾਂ ਦੀ ਫਿਜ਼ੀਕਲ ਅਤੇ ਮੈਂਟਲੀ ਹੈਲਥ ਵੀ ਠੀਕ ਰਹੇਗੀ। ਹੁਣ ਤੁਹਾਨੂੰ ਪਤਾ ਚੱਲ ਹੀ ਗਿਆ ਹੋਵੇਗਾ ਕਿ ਇਹ ਫੈਸਲਾ ਕਿਉਂ ਸਹੀ ਹੋ ਸਕਦਾ ਹੈ। ਜੋ ਲੋਕ ਇਸ ਫੈਸਲੇ ਨੂੰ ਗਲਤ ਮੰਨਦੇ ਨੇ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਮੁੰਡੇ ਹਮੇਸ਼ਾ ਸੋਚਦੇ ਨੇ ਕਿ ਮੇਰਾ ਜਵਾਨ ਕੁੜੀ ਨਾਲ ਵਿਆਹ ਹੋਵੇ, ਕੁੜੀ ਮੇਰੇ ਹਾਣ ਦੀ ਹੋਣੀ ਚਾਹੀਦੀ ਹੈ ਜਾਂ ਮੇਰੇ ਤੋਂ ਛੋਟੀ ਹੋਣੀ ਚਾਹੀਦੀ ਹੈ। ਹੁਣ ਕੁੜੀਆਂ ਦਾ ਕੀ, ਉਹ ਨਹੀਂ ਸੋਚ ਸਕਦੀਆਂ ਕਿ ਮੁੰਡਾ ਮੇਰੇ ਹਾਣ ਦਾ ਹੋਣਾ ਚਾਹੀਦਾ ਹੈ ਜਾਂ ਮੇਰੇ ਤੋਂ ਛੋਟਾ। ਉਹਨਾਂ ਨੂੰ ਵੀ ਵਿਚਾਰ ਆਉਂਦੇ ਹੋਣਗੇ ਕਿ ਮੁੰਡਾ ਮੇਰੇ ਤੋਂ 5 ਸਾਲ ਵੱਡਾ ਹੈ ਜਾਂ 7 ਸਾਲ ਵੱਡਾ ਹੈ। ਕੀ ਕੁੜੀਆਂ ਦੇ ਅਧਿਕਾਰ ਨਹੀਂ ਜਾਂ ਉਹਨਾਂ ਦੀ ਸੋਚ ਨਹੀਂ? ਜੋ ਲੋਕ ਇਸ ਫੈਸਲੇ ਦੇ ਖਿਲਾਫ ਨੇ ਉਹਨਾਂ ਨੂੰ ਇਹ ਗੱਲਾਂ ਜ਼ਰੂਰ ਸੋਚਣੀਆਂ ਚਾਹੀਦੀਆਂ ਨੇ। ਜੋ ਕਾਨੂੰਨ ਬਾਲ ਵਿਵਾਹ ਤੇ ਆਉਣ ਵਾਲਾ ਹੈ ਉਸ ਵਿੱਚ ਜੇ ਬਾਲ ਵਿਵਾਹ ਤੇ ਪੱਕੇ ਤੌਰ ਤੇ ਰੋਕ ਨਹੀਂ ਲਗਾਈ ਗਈ ਤਾਂ ਇਸ ਕਾਨੂੰਨ ਦਾ ਵੀ ਕੋਈ ਫਾਇਦਾ ਨਹੀਂ। ਇਸ ਕਾਨੂੰਨ ਦੇ ਆਉਣ ਤੋਂ ਬਾਅਦ ਵੀ ਉਹੀ ਕੁਝ ਚੱਲੇਗਾ ਜੋ ਪਹਿਲਾਂ ਚੱਲਦਾ ਸੀ। ਸਰਕਾਰ ਨੂੰ ਚਾਹੀਦਾ ਹੈ ਕਿ ਬਾਲ ਵਿਵਾਹ ਤੇ ਸਖਤ ਕਦਮ ਚੁੱਕੇ ਜਾਣ ਤੇ ਗਰਾਊਂਡ ਲੈਵਲ ਤੇ ਲਾਗੂ ਕੀਤੇ ਜਾਣ। ਇੱਕ ਸਵਾਲ ਜੋ ਸ਼ਾਇਦ ਤੁਹਾਡੇ ਦਿਮਾਗ ਵਿੱਚ ਆਇਆ ਹੋਵੇਗਾ ਕਿ ਕੁੜੀ ਦੇ ਵਿਆਹ ਦੀ ਉਮਰ ਨੂੰ 18 ਤੋਂ 21 ਸਾਲ ਕੀਤਾ ਜਾ ਰਿਹਾ ਹੈ, ਮੁੰਡੇ ਦੀ ਉਮਰ ਨੂੰ ਘਟਾ ਕੇ 21 ਤੋਂ 18 ਕਿਉਂ ਨਹੀਂ ਕੀਤਾ ਜਾ ਰਿਹਾ? ਇਸ ਦਾ ਸਿੱਧਾ ਜਿਹਾ ਉੱਤਰ ਹੈ ਕਿ ਜਦੋਂ ਮੁੰਡੇ ਅਤੇ ਕੁੜੀਆਂ 18 ਸਾਲ ਦੇ ਹੁੰਦੇ ਨੇ ਤਾਂ ਉਹ ਜ਼ਿੰਦਗੀ ਦੇ ਕਿਸ ਮੁਕਾਮ ਤੇ ਹੁੰਦੇ ਨੇ? ਉਹਨਾਂ ਨੇ ਸਿਰਫ 12ਵੀਂ ਕਲਾਸ ਹੀ ਪਾਸ ਕੀਤੀ ਹੁੰਦੀ ਹੈ, ਨਾ ਤਾਂ ਕੋਈ ਉਹਨਾਂ ਕੋਲ ਜੌਬ ਹੁੰਦੀ ਹੈ ਨਾ ਕੋਈ ਬਿਜ਼ਨਸ। ਦੋਸਤੋ, ਉਮੀਦ ਹੈ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ। ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ। ਸਤਿ ਸ੍ਰੀ ਅਕਾਲ।